ਜ਼ੀਰਕਪੁਰ ਚ ਪੁਲਿਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ, ਗੋਲੀ ਲੱਗਣ ਨਾਲ ਗੈਂਗਸਟਰ ਯੁਵਰਾਜ ਉਰਫ ਜੋਰਾ ਹੋਇਆ ਗੰਭੀਰ ਜ਼ਖਮੀ। ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ਦਾ ਮੁੱਖ ਮੁਲਜ਼ਮ ਹੈ ਜ਼ੋਰਾ। ਜ਼ੀਰਕਪੁਰ ਐਨਕਾਊਂਟਰ ਦੌਰਾਨ ਵਾਲ-ਵਾਲ ਬਚੇ AIG ਸੰਦੀਪ ਗੋਇਲ, ਬੁਲੇਟ ਪ੍ਰੂਫ ਜੈਕਟ ਕਰਕੇ ਬਚੀ ਜਾਨ। ਗੈਂਗਸਟਰ ਜੋਰਾ ਨੇ ਕੀਤੀ ਸੀ ਪੁਲਿਸ ਪਾਰਟੀ ਤੇ ਫਾਇਰਿੰਗ। ਕੁਰਾਲੀ ਦੇ ਕਮਿਊਨਿਟੀ ਸੈਂਟਰ 'ਚ CM ਵੱਲੋਂ ਅਚਨਚੇਤ ਚੈਕਿੰਗ, ਸੈਂਟਰ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਮਰੀਜ਼ਾਂ ਦਾ ਜਾਣਿਆ ਹਾਲ। ਕਿਹਾ ਸਾਡਾ ਪਹਿਲਾ ਕੰਮ ਪੰਜਾਬ ਨੂੰ ਸਿਹਤਮੰਦ ਬਣਾਉਣਾ। ਮਾਗੀ ਮੇਲੇ 'ਚ ਕੇਂਦਰ ਤੇ ਵਰੇ ਸੁਖਬੀਰ ਬਾਦਲ, ਕਿਹਾ SGPC ਨੂੰ ਖਤਮ ਕਰਨ ਤੇ ਉਤਰੀ ਭਾਜਪਾ। ਕੁਝ ਗੱਦਾਰ ਦੇ ਰਹੇ ਨੇ ਸਾਥ, ਪੱਲੇ ਕੁਝ ਨਹੀਂ, ਸਾਨੂੰ ਦੱਸਦੇ ਨੇ ਛੋਟਾ ਭਰਾ। ਦਿੱਲੀ 'ਚ ਫਿਰ ਵਾਪਰੀ ਕੰਜਾਵਲਾ ਵਰਗੀ ਘਟਨਾ। ਰਾਜੌਰੀ ਗਾਰਡਨ 'ਚ ਸਿਰਫਰੇ ਨੇ ਇੱਕ ਸ਼ਖਸ ਨੂੰ ਕਾਰ ਦੇ ਬੋਨਟ ਤੇ ਲਟਕਾਇਆ। 500 ਮੀਟਰ ਤੱਕ ਬੋਨਟ ਤੇ ਹੀ ਲਟਕਦਾ ਰਿਹਾ ਸ਼ਖਸ। ਸਮਰਾਲਾ 'ਚ ਚਾਈਨਾ ਡੋਰ ਨਾਲ 4 ਸਾਲ ਦੇ ਬੱਚੇ ਦਾ ਵੱਢਿਆ ਗਿਆ ਚਿਹਰਾ। ਬੱਚੇ ਦੇ ਮੂੰਹ ਤੇ ਲੱਗੇ 70 ਟਾਂਕੇ। ਉੜਦੇ ਪਤੰਗ ਨੂੰ ਦੇਖਣ ਲਈ ਕਾਰ ਦੇ ਸ਼ੀਸ਼ੇ 'ਚੋਂ ਬੱਚੇ ਨੇ ਬਾਹਰ ਕੱਢਿਆ ਸੀ ਮੂੰਹ। ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, 10 IAS ਅਧਿਕਾਰੀਆਂ ਸਣੇ 13 ਅਫਸਰਾਂ ਦਾ ਤਬਾਦਲਾ। ਫਿਰੋਜ਼ਪੁਰ ਦੇ DC ਤੇ ADC ਦੋਵੇਂ ਬਦਲੇ। ਮੋਹਾਲੀ ਦੇ ਨਵੇਂ DC ਹੋਣਗੇ ਆਸ਼ਿਕਾ ਜੈਨ। ਜਲੰਧਰ ਤੋਂ ਕਾਂਗਰਸ MP ਸੰਤੋਖ ਚੌਧਰੀ ਦਾ ਦੇਹਾਂਤ। ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ। ਕੱਲ ਨਕੋਦਰ ਨੇੜੇ ਧਾਲੀਵਾਲ ਪਿੰਡ 'ਚ ਹੋਏਗਾ ਅੰਤਿਮ ਸੰਸਕਾਰ। 24 ਘੰਟੇ ਲਈ ਭਾਰਤ ਜੋੜੋ ਯਾਤਰਾ ਕੀਤੀ ਮੁਲਤਵੀ। ਸੰਤੋਖ ਚੌਧਰੀ ਦੇ ਘਰ ਪਹੁੰਚ ਕੇ ਰਾਹੁਲ ਗਾਂਧੀ ਨੇ ਪਰਿਵਾਰ ਨਾਲ ਵੰਡਾਇਆ ਦੁੱਖ। CM ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਸਣੇ ਕਈ ਹੋਰ ਆਗੂਆਂ ਨੇ ਵੀ ਜਤਾਇਆ ਸੋਗ। ਦੁੱਖ ਦੀ ਘੜੀ 'ਚ ਪਰਿਵਾਰ ਨਾਲ ਜਤਾਈ ਹਮਦਰਦੀ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਅੱਜ ਪ੍ਰਾਈਮ ਟਾਈਮ 'ਚ ਗੱਲ ਉਸ ਐਨਕਾਊਂਟਰ ਦੀ ਜੋ AGTF ਵੱਲੋਂ ਜ਼ੀਰਕਪੁਰ ਦੇ ਵਿੱਚ ਕੀਤਾ ਗਿਆ। ਜ਼ੀਰਕਪੁਰ ਦੇ ਵਿੱਚ AGTF ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਕਿਉਂਕਿ ਪਿਛਲੇ ਦਿਨੀ ਉਸ ਗੈਂਗਸਟਰ ਵੱਲੋਂ ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰ ਦਿੱਤਾ ਗਿਆ ਸੀ। ਗੋਲੀਆਂ ਮਾਰੀਆਂ ਗਈਆਂ ਸੀ ਕੁਲਦੀਪ ਬਾਜਵਾ ਨੂੰ। ਪੱਟ 'ਚ ਗੋਲੀ ਲੱਗੀ ਸੀ ਕੁਲਦੀਪ ਬਾਜਵਾ ਦੇ ਔਰ ਬਲੱਡ ਵੈਸਲ ਫਟ ਗਈ ਸੀ, ਜਿਸ ਤੋਂ ਬਾਅਦ ਕੁਲਦੀਪ ਬਾਜਵਾ ਦੀ ਮੌਤ ਹੋ ਗਈ ਸੀ। ਔਰ ਲਗਾਤਾਰ ਪੁਲਿਸ ਪੈੜ ਨੱਪ ਰਹੀ ਸੀ ਕਿਉਂਕਿ 3 ਗੈਂਗਸਟਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਸੀ ਫਿਲੌਰ ਜਦੋਂ ਪੁਲਿਸ ਦੇ ਨਾਲ ਉਹਨਾਂ ਦੀ ਮੁੱਠਭੇੜ ਹੋਈ ਸੀ। ਤੇ ਚੌਥਾ ਗੈਂਗਸਟਰ ਜੋਰਾ, ਯੁਵਰਾਜ ਸਿੰਘ ਉਰਫ ਜੋਰਾ ਫਰਾਰ ਚੱਲ ਰਿਹਾ ਸੀ। ਤਾਂ ਪੁਲਿਸ ਨੂੰ AGTF ਨੂੰ ਇਤਲਾਹ ਮਿਲੀ, ਖੁਫੀਆ ਸੂਚਨਾ ਮਿਲੀ ਕਿ ਉਹ ਜ਼ੀਰਕਪੁਰ ਟਕੌਲੀ ਦੇ ਇੱਕ ਹੋਟਲ ਦੇ ਵਿੱਚ ਲੁਕਿਆ ਹੋਇਆ ਗਲਤ ਆਇਡੈਂਟੀਟੀ, ਫੇਕ ਆਇਡੈਂਟੀਟੀ ਦੇ ਕੇ। ਸੋ ਉਸ ਤੋਂ ਬਾਅਦ ਪੁਲਿਸ ਨੇ ਉਸ ਦੀ ਪੈੜ ਨੱਪੀ। ਪਹਿਲਾਂ ਇਹ ਕਨਫਰਮ ਕੀਤਾ ਕਿ ਕੀ ਇਹ ਉਹੀ ਜੋਰਾ ਹੈ ਜਿਸ ਨੂੰ AGTF ਲੱਭ ਰਹੀ ਸੀ ਕਿਉਂਕਿ ਉਹ ਰਮਜ਼ਾਨ ਮਲਿਕ ਦੇ ਨਾਂ ਤੇ ਉੱਥੇ ਲੁਕਿਆ ਸੀ। ਤਾਂ AGTF ਨੇ ਕਨਫਰਮ ਕਰਨ ਤੋਂ ਬਾਅਦ ਕਮਰਾ ਨੰਬਰ 105 ਜਦੋਂ ਦਬਿਸ਼ ਦਿੱਤੀ ਤਾਂ ਉਸਨੇ ਪੁਲਿਸ ਤੇ ਫਾਇਰ ਕੀਤਾ। ਜਦੋਂ ਪੁਲਿਸ ਨੇ ਦਰਵਾਜ਼ਾ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ 2 ਫਾਇਰ ਹੋਰ ਕੀਤੇ ਗਏ ਔਰ ਇੱਕ ਗੋਲੀ AIG ਸੰਦੀਪ ਗੋਇਲ ਨੂੰ ਲੱਗੀ ਜਿਹੜੇ ਟੀਮ ਨੂੰ ਲੀਡ ਕਰ ਰਹੇ ਸੀ, ਪਰ ਉਹਨਾਂ ਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ, ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਐਨਕਾਊਂਟਰ ਦੇ ਵਿੱਚ ਜੋਰਾ ਨੂੰ 3 ਗੋਲੀਆਂ ਲੱਗੀਆਂ ਨੇ। 3 ਗੋਲੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ, 3 ਗੈਂਗਸਟਰ ਵੱਲੋਂ ਚਲਾਈਆਂ ਗਈਆਂ, 2 ਉਸਤੇ ਲੱਗੀਆਂ ਨੇ। ਔਰ ਜੋਰਾ ਜ਼ਖਮੀ ਹੈ, ਉਸਦੇ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਔਰ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ੀਰਕਪੁਰ ਦੇ ਇੱਕ ਹੋਟਲ ਦੇ ਵਿੱਚ ਇਹ ਪੂਰੀ ਮੁੱਠਭੇੜ ਦੀ ਘਟਨਾ ਵਾਪਰੀ ਹੈ। 2 ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਚੰਡੀਗੜ੍ਹ 32 ਸੈਕਟਰ ਹਸਪਤਾਲ ਲਿਜਾਇਆ ਗਿਆ ਹੈ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਨੂੰ। ਦੂਸਰੀ ਤਸਵੀਰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਦੀ ਹੈ। ਪਹਿਲਾਂ ਉਸ ਨੂੰ ਜ਼ੀਰਕਪੁਰ ਦੇ ਹਸਪਤਾਲ ਲਿਜਾਇਆ ਗਿਆ ਸੀ, ਉਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਸੋ ਇੱਕ ਐਨਕਾਊਂਟਰ ਦੀ ਤਸਵੀਰ ਹੈ ਜਿਹੜਾ ਟਕੌਲੀ ਦੇ ਵਿੱਚ ਹੋਟਲ ਹੈ। ਉਸ ਹੋਟਲ ਦੇ ਵਿੱਚ ਪੁਲਿਸ ਨੇ ਦਬਿਸ਼ ਦਿੱਤੀ ਸੀ। ਐਲਪਸ ਹੋਟਲ ਹੈ ਜਿੱਥੇ ਇਹ 105 ਨੰਬਰ ਕਮਰੇ ਦੇ ਵਿੱਚ ਲੁਕਿਆ ਹੋਇਆ ਸੀ। ਉਸ ਦਿਨ ਤੋਂ ਫਰਾਰ ਚੱਲ ਰਿਹਾ ਸੀ। 8 ਜਨਵਰੀ ਦੀ ਘਟਨਾ ਹੈ। 8 ਜਨਵਰੀ ਨੂੰ ਜਦੋਂ ਫਗਵਾੜਾ ਤੋਂ ਇਹ ਇੱਕ ਜੋੜੇ ਤੋਂ ਕਾਰ ਖੋ ਕੇ ਭੱਜੇ ਸੀ, ਕਰੇਟਾ ਗੱਡੀ ਸੀ, ਇਹ ਕਾਰ ਖੋ ਕੇ ਫਗਵਾੜਾ ਤੋਂ ਭੱਜੇ ਤਾਂ ਪੁਲਿਸ ਪਾਰਟੀ ਤੁਰੰਤ ਇਹਨਾਂ ਦੇ ਪਿੱਛੇ ਲੱਗ ਗਈ ਔਰ ਫਿਲੌਰ ਕੋਲ ਪਹੁੰਚਦੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਘੇਰ ਲਿਆ ਔਰ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ, ਜਿਸ 'ਚ
ਕਾਂਸਟੇਬਲ ਕੁਲਦੀਪ ਸਿੰਘ ਦੀ ਜਾਨ ਚਲੀ ਗਈ। ਉਸ ਤੋਂ ਬਾਅਦ ਅੱਜ 14 ਜਨਵਰੀ ਨੂੰ ਪੁਲਿਸ ਨੇ ਇਸ ਕਤਲकांड ਦਾ ਚੌਥਾ ਮੁਲਜ਼ਮ ਜਿਹੜਾ ਸੀ ਜੋਰਾ, ਉਸ ਨੂੰ ਇੱਕ ਮੁੱਠਭੇੜ ਤੋਂ ਬਾਅਦ ਕਾਬੂ ਕਰ ਲਿਆ। ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਗੈਂਗਸਟਰ ਹੈ ਉਸ ਨੂੰ ਲਿਆਂਦਾ ਗਿਆ ਸੈਕਟਰ 32 ਦੇ ਵਿੱਚ। ਇਸ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਯੁਵਰਾਜ ਸਿੰਘ ਜੋਰਾ ਨਾਮ ਦਾ ਇਹ ਗੈਂਗਸਟਰ ਹੈ, ਜਿਸ ਨੂੰ ਜੋਰਾ ਸਿੰਘ ਦੇ ਵੱਲੋਂ ਫਾਇਰ ਜਿਹੜੀ ਆ ਪੁਲਿਸ ਦੇ ਉੱਤੇ ਕੀਤੀ ਗਈ ਸੀਗੀ। ਹੋਟਲ ਦੇ ਵਿੱਚ ਲੁਕਿਆ ਹੋਇਆ ਸੀਗਾ ਜੋਰਾ, ਆਪਣੀ ਆਈਡੀ ਫੇਕ ਆਈਡੀ ਦੇ ਨਾਮ ਤੋਂ ਜਿਹੜਾ ਉਹ ਲੁਕਿਆ ਹੋਇਆ ਸੀਗਾ। ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਇਸ ਵੇਲੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀਗੀ ਇਸ ਤਰੀਕੇ ਦੇ ਨਾਲ। ਇਸ ਵੇਲੇ ਜੋਰਾ ਨਾਮ ਦੇ ਜਿਹੜਾ ਗੈਂਗਸਟਰ ਹੈ ਉਸ ਨੂੰ ਲਿਆਂਦਾ ਗਿਆ ਸੈਕਟਰ 32 ਦੇ ਵਿੱਚ। ਗੈਂਗਸਟਰ ਜੋਰਾ ਨੂੰ ਲਿਆਂਦਾ ਗਿਆ ਤਾਂ ਮੂੰਹ ਉਸ ਦਾ ਢਕਿਆ ਹੋਇਆ ਸੀਗਾ, ਲੱਤ ਦੇ ਉੱਤੇ ਗੋਲੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸੀਗੀਆਂ ਔਰ ਇੱਕ ਸ਼ੋਲਡਰ ਦੇ ਕੋਲ ਵੀ ਗੋਲੀ ਦੇ ਬਲੱਡ ਦੇ ਜਿਹੜੇ ਨੇ ਉਹ ਨਿਸ਼ਾਨ ਸੀਗੇ। ਤਾਂ ਹੁਣ ਥੋੜੀ ਦੇਰ ਬਾਅਦ ਡਾਕਟਰ ਦੱਸਣਗੇ, ਕਿਉਂਕਿ ਇਸ ਵੇਲੇ ਇਲਾਜ ਜਿਹੜਾ ਵਾ ਉਹ ਗੈਂਗਸਟਰ ਦਾ ਚੱਲ ਰਿਹਾ ਵਾ। ਅਮਨ ਨੇ ਤਸਵੀਰਾਂ ਦਿਖਾਈਆਂ ਕਿ ਕਿਸ ਤਰੀਕੇ ਨਾਲ ਉਸ ਹੋਟਲ ਦੇ ਵਿੱਚ ਐਨਕਾਊਂਟਰ ਕੀਤਾ ਗਿਆ, ਕਿਉਂਕਿ ਪੁਲਿਸ ਦੇ ਸਾਹਮਣੇ ਦੋ ਚੁਣੌਤੀਆਂ ਸੀਗੀਆਂ ਕਿ ਹਸਪੀਟਲ ਜਿਹੜੇ ਹੋਟਲ ਦੇ ਅੰਦਰ ਹੋਰ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਰਹਿਣਾ, ਔਰ ਦੂਸਰਾ ਪੁਲਿਸ ਨੂੰ ਇਹ ਵੀ ਜਾਣਕਾਰੀ ਨਹੀਂ ਸੀਗੀ ਕਿ ਕਿੰਨੇ ਹਥਿਆਰ ਨੇ ਜਾਂ ਕਿੰਨੇ ਲੋਕ ਨੇ ਜਿਹੜੇ ਗੈਂਗਸਟਰ ਜੋਰਾ ਦੇ ਨਾਲ ਹੋ ਸਕਦੇ ਨੇ। ਲੇਕਿਨ ਪੁਲਿਸ ਦੀ ਜਿਹੜੀ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣੀ ਹੋਈ ਹੈ, ਡੀਐਸਪੀ ਬਰਾੜ ਨੇ ਉਸ ਦੇ ਵਿੱਚ, ਇਸ ਤੋਂ ਇਲਾਵਾ ਗੋਇਲ ਨੇ, ਉਹਨਾਂ ਨੇ ਬੜੀ ਇੱਕ ਤਰੀਕੇ ਦੇ ਨਾਲ ਇਸ ਪੂਰੀ ਪਹਿਲਾਂ ਰੇਕੀ ਕੀਤੀ ਹੋਈ ਸੀਗੀ। ਇੱਕ ਇਨਪੁਟ ਮਿਲਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਉੱਥੇ ਗੈਂਗਸਟਰ ਪਿਛਲੇ ਕੁਝ ਦਿਨਾਂ ਤੋਂ ਰਹਿ ਰਿਹਾ ਵਾ, ਔਰ ਮੁੱਖ ਮੰਤਰੀ ਵੀ ਪਿਛਲੇ ਦਿਨਾਂ 'ਚ ਮਿਲੇ ਸੀਗੇ ਉਸ ਪਰਿਵਾਰ ਦੇ ਨਾਲ, ਜਦੋਂ ਕਾਂਸਟੇਬਲ ਦਾ ਇਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਵਾ। ਤਾਂ ਹੁਣ ਗੈਂਗਸਟਰ ਦੀ ਪੋਜੀਸ਼ਨ ਕੀ ਹੈ, ਹਸਪਤਾਲ ਦੇ ਸਟਾਫ ਨਾਲ, ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੈਕਟਰ 32 ਹਸਪਤਾਲ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਗੈਂਗਸਟਰ ਜੋਰਾ ਨੂੰ ਲਿਆਂਦਾ ਗਿਆ ਔਰ ਇੱਥੇ ਐਮਰਜੈਂਸੀ ਦੇ ਵਿੱਚ ਇਸ ਵੇਲੇ ਇਲਾਜ ਜਿਹੜਾ ਵਾ ਉਹ ਗੈਂਗਸਟਰ ਜੋਰਾ ਦਾ ਚੱਲ ਰਿਹਾ ਹੈ। ਤਾਂ ਸੈਕਟਰ 32 ਦੇ ਹਸਪਤਾਲ ਗੈਂਗਸਟਰ ਗੋਰਾ ਨੂੰ ਲਿਜਾਇਆ ਗਿਆ ਕਿਉਂਕਿ ਗੋਲੀਆਂ ਲੱਗੀਆਂ ਨੇ ਉਸਦੀ ਲੱਤਾਂ ਦੇ ਵਿੱਚ ਔਰ ਇੱਕ ਗੋਲੀ ਮੋਢੇ ਤੇ ਲੱਗੀ ਹੈ, ਜਿਵੇਂ ਸਾਡੇ ਸਹਿਯੋਗੀ ਪੰਕਜ ਕਪਾਹੀ ਦੱਸ ਰਹੇ ਸੀ। ਦਰਅਸਲ ਅਸੀਂ ਇਹ ਪੂਰਾ ਘਟਨਾਕ੍ਰਮ ਤੁਹਾਨੂੰ ਇੱਕ ਵਾਰੀ ਫਿਰ ਦੱਸਦੇ ਹਾਂ। ਇਸ ਦੀ ਸ਼ੁਰੂਆਤ ਕਿੱਥੋਂ ਹੋਈ ਸੀ? 8 ਜਨਵਰੀ ਨੂੰ ਫਗਵਾੜਾ ਦੇ ਵਿੱਚ ਇਹਨਾਂ ਨੇ ਇੱਕ ਜੋੜੇ ਤੋਂ ਕਰੇਟਾ ਗੱਡੀ ਖੋਈ ਔਰ ਕਰੇਟਾ ਗੱਡੀ ਖੋ ਕੇ ਜਦੋਂ ਇਹ ਭੱਜ ਰਹੇ ਸੀ ਤਾਂ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਔਰ ਪਿੱਛਾ ਕਰਦੀ ਹੋਈ ਪੁਲਿਸ ਫਿਲੌਰ ਤੱਕ ਪਹੁੰਚ ਗਈ ਔਰ ਫਿਲੌਰ ਦੇ ਵਿੱਚ ਜਾ ਕੇ ਪੁਲਿਸ ਨੇ ਇਹਨਾਂ ਨੂੰ ਘੇਰਾ ਪਾ ਲਿਆ। ਜਦੋਂ ਇਹਨਾਂ ਨੂੰ ਘੇਰਾ ਪਾਇਆ ਔਰ ਪੁਲਿਸ ਕਰਮੀ ਜਿਹੜਾ ਐਸਐਚਓ ਦੀ ਗੱਡੀ ਸੀ ਉਹ ਇਹਨਾਂ ਦਾ ਪਿੱਛਾ ਕਰ ਰਹੀ ਸੀ, ਤਾਂ ਐਸਐਚਓ ਦਾ ਗਨਮੈਨ ਸੀ ਕੁਲਦੀਪ ਸਿੰਘ। ਜਦੋਂ ਜਾ ਕੇ ਇਹਨਾਂ ਨੇ ਅੱਗੇ ਗੱਡੀ ਰੋਕੀ ਤਾਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਗੱਡੀ 'ਚੋਂ ਉਤਰਿਆ ਤਾਂ ਇਹਨਾਂ ਨੇ ਤੁਰੰਤ ਉੱਥੇ ਫਾਇਰਿੰਗ ਕਰ ਦਿੱਤੀ ਔਰ ਫਾਇਰਿੰਗ ਜਦੋਂ ਕੀਤੀ ਤਾਂ ਗੋਲੀ ਕੁਲਦੀਪ ਸਿੰਘ ਦੇ ਪੱਟ 'ਚ ਲੱਗੀ ਔਰ ਬਲੱਡ ਵੈਸਲ ਫਟ ਗਈ। ਖੂਨ ਇੰਨਾ ਜ਼ਿਆਦਾ ਨਿਕਲ ਗਿਆ ਕਿ ਕੁਲਦੀਪ ਸਿੰਘ ਦੀ ਹਸਪਤਾਲ ਲਿਜਾਂਦੇ ਮੌਤ ਹੋ ਗਈ ਔਰ ਉਸ ਤੋਂ ਬਾਅਦ 3 ਗੈਂਗਸਟਰ ਜਿਹੜੇ ਸੀ ਉਹਨਾਂ ਨੂੰ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ ਸੀ, ਪਰ ਚੌਥਾ ਗੈਂਗਸਟਰ ਜੋਰਾ ਜੋ ਸੀ ਉਹ ਫਰਾਰ ਹੋ ਗਿਆ ਸੀ, ਯੁਵਰਾਜ ਸਿੰਘ ਉਰਫ ਜੋਰਾ, ਤੇ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਏਜੀਟੀਐਫ ਦੀ ਟੀਮ ਇਸ ਦੇ ਲਗਾਤਾਰ ਪਿੱਛੇ ਲੱਗੀ ਹੋਈ ਸੀ। 14 ਜਨਵਰੀ ਨੂੰ ਪਤਾ ਚੱਲਿਆ ਪੁਲਿਸ ਨੂੰ ਕਿ ਇਹ ਟਕੌਲੀ ਦੇ ਇੱਕ ਹੋਟਲ ਦੇ ਵਿੱਚ ਲੁਕਿਆ ਹੋਇਆ। ਪੁਲਿਸ ਨੇ ਪਹਿਲਾਂ ਇਸ ਦੀ ਆਇਡੈਂਟੀ ਚੈੱਕ ਕੀਤੀ। ਹੋਟਲ 'ਚ ਪੁਲਿਸ ਗਈ, ਉਹਨਾਂ ਨੇ ਫੋਟੋ ਦਿਖਾਈ ਪ੍ਰਬੰਧਕਾਂ ਨੂੰ ਕਿ ਕੀ ਇਹੀ ਨੌਜਵਾਨ ਹੈ, ਇਹੀ ਲੜਕਾ ਹੈ ਜੋ ਇਸ ਕਮਰੇ ਦੇ ਵਿੱਚ ਕਮਰਾ ਨੰਬਰ 105 ਦੇ ਵਿੱਚ ਠਹਿਰਿਆ ਹੋਇਆ ਸੀ। ਤਾਂ ਉਹਨਾਂ ਨੇ ਤਸਦੀਕ ਕੀਤੀ ਫੋਟੋ ਵੇਖ ਕੇ ਕਿ ਇਹੀ ਹੈ, ਪਰ ਨਾਮ ਉਸਨੇ ਰਮਜ਼ਾਨ ਮਲਿਕ ਦੱਸਿਆ ਹੈ ਔਰ ਫੇਕ ਆਈਡੀ ਰਮਜ਼ਾਨ ਮਲਿਕ ਨਾਮ ਦੀ ਦਿੱਤੀ ਹੋਈ ਹੈ। ਉਸ ਤੋਂ ਬਾਅਦ ਪੁਲਿਸ ਨੇ ਇਸ ਦਾ ਕਮਰਾ ਜਿਹੜਾ ਸੀ ਉਹ ਖੁਲਵਾਉਣ ਦੀ ਕੋਸ਼ਿਸ਼ ਕੀਤੀ, ਇਸ ਨੂੰ ਘੇਰਾ ਪਾਇਆ, ਇਸ ਨੂੰ ਸਰੈਂਡਰ ਕਰਨ ਦੇ ਲਈ ਕਿਹਾ, ਪਰ ਇਸਨੇ ਪੁਲਿਸ ਤੇ ਫਾਇਰ ਕਰ ਦਿੱਤਾ ਤੇ ਜਵਾਬੀ ਕਾਰਵਾਈ ਦੇ ਵਿੱਚ ਇਸ ਦੇ ਵੀ ਗੋਲੀਆਂ ਲੱਗੀਆਂ ਔਰ ਉਸ ਤੋਂ ਬਾਅਦ ਇਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਹੁਣ ਹਸਪਤਾਲ ਦੇ ਵਿੱਚ ਇਸ ਨੂੰ ਲਿਜਾਇਆ ਗਿਆ। ਦੇਖੋ, ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਦੇ ਵੱਲੋਂ ਇਹ ਜਦੋਂ ਪਰਸਿਊ ਕੀਤਾ ਜਾ ਰਿਹਾ ਸੀ ਕ੍ਰਿਮੀਨਲ ਨੂੰ, ਜਿਨ੍ਹਾਂ ਨੇ ਕਿ 8 ਜਨਵਰੀ ਨੂੰ ਫਗਵਾੜੇ ਦੇ ਵਿੱਚ ਕਾਰ ਸਨੈਚਿੰਗ ਕੀਤੀ ਸੀ ਔਰ ਫਲੋਰ ਇੱਕ ਸ਼ੂਟ ਆਊਟ ਦੇ ਵਿੱਚ ਸਾਡਾ ਇੱਕ ਬਹਾਦਰ ਮੁਲਾਜ਼ਮ ਕੁਲਦੀਪ ਸਿੰਘ ਸ਼ਹੀਦ ਹੋ ਗਿਆ ਸੀ। ਉਸ ਸਿਲਸਿਲੇ ਦੇ ਵਿੱਚ ਪਰਸਿਊ ਕਰ ਰਹੀ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ। ਉਹਦੇ ਵਿੱਚ ਸਾਡੇ ਏਆਈਜੀ ਮਿਸਟਰ ਸੰਦੀਪ ਗੋਇਲ, ਮਿਸਟਰ ਬਿਕਰਮ ਬਰਾੜ ਡੀਐਸਪੀ, ਇਹਨਾਂ ਨੂੰ ਇੱਕ ਇੰਟੈਲੀਜੈਂਸ ਇਨਪੁਟ ਮਿਲੀ ਸੀ ਕਿ ਜਿਹੜਾ ਮੇਨ ਮੁਲਜ਼ਮ ਹੈ ਯੁਵਰਾਜ ਏਲੀਅਸ ਜੋਰਾ,
ਇਹ ਫਰਵਾਲੇ ਦਾ ਰਹਿਣ ਵਾਲਾ ਹੈ, ਥਾਣਾ ਬਿਲਕਾ, ਡਿਸਟ੍ਰਿਕਟ ਜਲੰਧਰ ਰੂਰਲ, ਔਰ ਇਹਦੇ ਖਿਲਾਫ ਪਹਿਲਾਂ ਵੀ 307 ਦਾ ਮੁਕੱਦਮਾ ਦਰਜ ਹੈ। ਇਹ ਪਰਸੂ ਕਰਦੇ ਇਨਫੋਰਮੇਸ਼ਨ ਦੇ ਜਦੋਂ ਐਲਪਸ ਹੋਟਲ ਜ਼ੀਰਕਪੁਰ ਪਹੁੰਚੇ ਤਾਂ ਪਤਾ ਕੀਤਾ ਕਿ 105 ਨੰਬਰ ਕਮਰੇ 'ਚ ਫੇਕ ਆਇਡੈਂਟੀਟੀ ਰਮਜ਼ਾਨ ਮਲਿਕ ਦੀ ਬਣਾ ਕੇ ਬੰਦਾ ਇੱਥੇ ਰਹਿ ਰਿਹਾ ਸੀ। ਇਹਨੂੰ ਵਾਰਨ ਕੀਤਾ ਗਿਆ AIG ਸਾਹਿਬ ਵੱਲੋਂ ਤੇ ਸਾਰੀ ਟੀਮ ਵੱਲੋਂ ਤੇ ਵੀ ਤੂੰ ਸਰੈਂਡਰ ਕਰਨ ਵਾਸਤੇ। ਇਹਨੇ ਜਵਾਬੀ ਉਹਦੇ 'ਚ ਪੁਲਿਸ ਤੇ ਪਹਿਲਾਂ ਇੱਕ ਫਾਇਰ ਕੀਤਾ, ਫਿਰ 2 ਦੂਜੇ ਕੀਤੇ, ਔਰ ਲੱਕੀ ਜੀ ਸਾਡੇ AIG ਸਾਹਿਬ ਦੇ ਬੁਲਟ ਪ੍ਰੂਫ ਜਿਹੜੀ ਜੈਕਟ ਪਾਈ ਹੋਈ ਸੀ ਮਿਸਟਰ ਸੰਦੀਪ ਗੋਇਲ ਦੇ, ਇਹਨਾਂ ਦੇ ਵੀ ਉਹ ਬੁਲਟ ਪ੍ਰੂਫ ਜੈਕਟ 'ਚ ਇੰਬੈਡ ਹੋਈ ਬੁਲਟ। ਤੇ ਜਵਾਬੀ ਫਾਇਰ ਦੇ ਵਿੱਚ ਜਿਹੜੀ AGTF ਦੀ ਟੀਮ ਨੇ ਜਦੋਂ ਉਹ ਵੀ ਬੰਦਾ ਇੰਜਰਡ ਹੋਇਆ ਔਰ ਜਿਹਨੂੰ ਕਿ ਸ਼ਿਫਟ ਕਰ ਦਿੱਤਾ ਗਿਆ ਹਸਪੀਟਲ 'ਚ। ਸਰਚ ਦੇ ਵਿੱਚੋਂ ਪ੍ਰੀਲਿਮਿਨਰੀ 2 ਪਿਸਟਲ 32 ਬੋਰ ਦੇ ਔਰ 3 ਚੱਲੀਆਂ ਹੋਈਆਂ ਗੋਲੀਆਂ ਜਿਹੜੇ ਫਾਇਰਡ ਬੁਲਟ ਸੀਗੇ ਔਰ 2 ਜਿਹੜੇ ਲਾਈਵ ਕਾਰਟ੍ਰਿਜਸ ਮਿਲੇ ਨੇ। ਬਾਕੀ ਸਾਰੀ ਸਰਚ ਚੱਲ ਰਹੀ ਹੈ ਕਮਰੇ ਦੀ, ਉਹਦੇ ਸਮਾਨ ਵਗੈਰਾ ਦੀ, ਔਰ ਜਿਹੜੀ ਇਹ ਫੇਕ ਆਈਡੀ ਹੈ ਉੱਥੋਂ ਵੀ ਸਾਰੀ ਕਬਜ਼ੇ 'ਚ ਲਈ ਜਾ ਰਹੀ ਹੈ। ਸਰ ਕੁਝ ਪਤਾ ਲੱਗ ਸਕਿਆ ਕਿਹਦੀ ਫੇਕ ਆਈਡੀ ਸੀਗੀ, ਕਿਹਦੇ ਥਰੂ ਇੱਥੇ ਆਏ ਸੀਗੇ, ਕਿਉਂਕਿ ਬਾਰਡਰ ਤੇ ਆ ਰਹੇ ਨੇ ਹਰਿਆਣੇ ਦੇ ਨਾਲ, ਬਿਲਕੁਲ ਬਾਰਡਰ ਸੀਗਾ, ਕੌਣ ਸੀਗੇ ਨਾਲ ਇਹ ਵੀ ਦੱਸੋ ਜੀ। ਦੇਖੋ ਰਮਜ਼ਾਨ ਮਲਿਕ ਦੀ ਜੋ ਪ੍ਰੀਲਿਮਿਨਰੀ ਤੌਰ ਤੇ ਇਨਵੈਸਟੀਗੇਸ਼ਨ ਚੀਜ਼ ਆਈ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ। ਹੁਣ ਅਸੀਂ ਇਹਨੂੰ ਸਾਰਾ ਬੈਠ ਕੇ ਡੀਪਲੀ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਦੁਬਾਰਾ ਫੇਰ ਸ਼ੇਅਰ ਕਰਾਂਗੇ। ਬਟ ਸਿੰਸ ਇੱਕ ਇਨੀਸ਼ੀਅਲ ਸਾਰਿਆਂ ਨੂੰ ਲੋੜ ਸੀਗੀ ਕਿ ਇਹ ਸਾਰੀ ਗੱਲ ਪਤਾ ਲੱਗੇ, ਉਹ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਲੈਟ ਅਸ ਇਨਵੈਸਟੀਗੇਟ, ਫਿਰ ਤੁਹਾਡੇ ਨਾਲ ਫੇਰ ਸ਼ੇਅਰ ਕਰ ਲਾਂਗੇ। ਨਹੀਂ ਅਜੇ ਤਾਂ ਇਕੱਲੇ ਦੀ ਪੁਸ਼ਟੀ ਹੋਈ ਹੈ, ਬਾਕੀ ਉਹਦੀ ਪੁੱਛਗਿੱਛ ਮੋਬਾਈਲ ਦੀ ਫੋਰੈਂਸਿਕ ਵਗੈਰਾ ਉੱਥੋਂ ਕੋ ਸਾਰੀਆਂ ਚੀਜ਼ਾਂ ਪਤਾ ਲੱਗ ਜਾਣੀਆਂ। ਪਹਿਲਾਂ ਉਹਦੀ ਲਾਈਫ ਸੇਵ ਕਰਨੀ ਵੀ ਜ਼ਰੂਰੀ ਸੀ, ਇਸ ਕਰਕੇ ਹਸਪੀਟਲ ਵੀ ਭੇਜਿਆ ਗਿਆ। ਤਾਂ ਜ਼ੀਰਕਪੁਰ ਦੇ ਵਿੱਚ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। AIG ਸੰਦੀਪ ਗੋਇਲ, ਜਿਨ੍ਹਾਂ ਦਾ ਜ਼ਿਕਰ ਕਰ ਰਹੇ ਸੀ DIG ਗੁਰਪ੍ਰੀਤ ਸਿੰਘ ਭੁੱਲਰ, AIG ਸੰਦੀਪ ਗੋਇਲ ਔਰ DSP ਵਿਕਰਮ ਬਰਾੜ, ਇਹ ਟੀਮ ਨੂੰ ਲੀਡ ਕਰ ਰਹੇ ਸੀ ਦੋਨੋਂ ਸੀਨੀਅਰ ਅਫਸਰ। ਔਰ ਜਦੋਂ ਇਹਨਾਂ ਦੇ ਕਿਉਂਕਿ ਜਦੋਂ ਵੀ ਐਸਾ ਆਪਰੇਸ਼ਨ ਹੁੰਦਾ, ਬੁਲਟ ਪ੍ਰੂਫ ਜੈਕਟਸ ਪਾਈਆਂ ਹੁੰਦੀਆਂ AGTF ਦੀ ਟੀਮ ਜਦੋਂ ਕਿਸੇ ਵੀ ਆਪਰੇਸ਼ਨ ਨੂੰ ਅੰਜਾਮ ਦਿੰਦੀ ਹੈ, ਤਾਂ ਉਸ ਗੈਂਗਸਟਰ ਵੱਲੋਂ ਜੋਰਾ ਵੱਲੋਂ ਜੋ ਫਾਇਰ ਕੀਤਾ ਗਿਆ ਉਹ ਸਿੱਧਾ, ਕਿਉਂਕਿ ਲੀਡ DSP AIG ਸੰਦੀਪ ਗੋਇਲ ਕਰ ਰਹੇ ਸੀ ਔਰ DSP ਵਿਕਰਮ ਬਰਾੜ ਕਰ ਰਹੇ ਸੀ, ਤਾਂ AIG ਸੰਦੀਪ ਗੋਇਲ ਅੱਗੇ ਸੀਗੇ ਤਾਂ ਗੋਲੀ AIG ਸੰਦੀਪ ਗੋਇਲ ਨੂੰ ਲੱਗੀ, ਪਰ ਉਹਨਾਂ ਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ, ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਉਹਨਾਂ ਦੀ ਬੁਲਟ ਪ੍ਰੂਫ ਜੈਕਟ ਤੇ ਉਸ ਗੋਲੀ ਦਾ ਨਿਸ਼ਾਨ ਹੈ। ਔਰ ਇਸ ਬਾਰੇ ਸਾਰੀ ਜਾਣਕਾਰੀ ਕਿਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਇਸ ਬਾਰੇ ਸਾਰੀ ਜਾਣਕਾਰੀ ਨਿਊਜ਼ 18 ਨਾਲ ਖਾਸ ਗੱਲਬਾਤ ਕਰਦੇ ਹੋਏ AIG ਸੰਦੀਪ ਗੋਇਲ ਵੱਲੋਂ ਦਿੱਤੀ ਗਈ ਹੈ। ਕੀ ਕੁਝ ਕਿਹਾ ਸੰਦੀਪ ਗੋਇਲ ਹੋਰਾਂ ਨੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਸਾਰੀ ਸਟਾਰਟ ਹੁੰਦੀ ਹੈ ਫਗਵਾੜੇ ਦੇ ਏਰੀਆ ਦੇ ਵਿੱਚ ਅਤੇ ਫਲੋਰ ਦੇ ਏਰੀਆ ਦੇ ਵਿੱਚ ਸ਼ੂਟ ਆਊਟ ਹੁੰਦਾ, ਜਿਸ ਦੇ ਵਿੱਚ ਸਾਡਾ ਇੱਕ ਕਾਂਸਟੇਬਲ ਕੁਲਦੀਪ ਸਿੰਘ ਉਸ ਨੂੰ ਸ਼ਹੀਦ ਹੋ ਗਿਆ ਸੀਗਾ। ਉਸ ਦੇ ਵਿੱਚ 3 ਜਿਹੜੇ ਸੀਗੇ ਮੁਜਰਮ ਗ੍ਰਿਫਤਾਰ ਹੋ ਗਏ ਸਨ ਅਤੇ ਇੱਕ ਜਿਹੜਾ ਮੇਨ ਮੁਜਰਮ ਸੀ ਯੁਵਰਾਜ ਏਲੀਅਸ ਜੋਰਾ, ਉਹ ਫਰਾਰ ਚੱਲਿਆ ਆ ਰਿਹਾ ਸੀਗਾ। ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਅਤੇ AGTF ਟੀਮਸ ਉਸ ਨੂੰ ਪਕੜਨ ਦੀਆਂ ਅਸੀਂ ਯੋਜਨਾ ਚਲਾ ਰਹੇ ਸੀਗੇ। ਸਾਨੂੰ ਇੱਕ ਪੁਖਤਾ ਹਿਊਮਨ ਇੰਟ ਦੇ ਤੋਂ ਪਤਾ ਲੱਗਿਆ ਕਿ ਉਹ ਇੱਕ ਐਲਪਸ ਹੋਟਲ ਦੇ ਵਿੱਚ ਇੱਥੇ ਜਿਹੜਾ ਢਗੋਲੀ ਦੇ ਵਿੱਚ ਏਰੀਆ ਦੇ ਵਿੱਚ ਉਹ ਲੁਕਿਆ ਹੋਇਆ ਤੇ ਉਹ ਉੱਥੇ ਠਹਿਰ ਰਿਹਾ ਹੈਗਾ। ਤਾਂ ਉਸੇ ਲੜੀ ਨੂੰ ਜੋੜਦੇ ਹੋਏ ਅਸੀਂ ਇੱਥੇ AGTF ਟੀਮ, ਮੇਰੇ ਨਾਲ DSP ਵਿਕਰਮ ਬਰਾੜ ਅਤੇ ਸਾਡੀ ਟੀਮ ਇੰਸਪੈਕਟਰ ਪੁਸ਼ਪਿੰਦਰ, ਅਸੀਂ ਇੱਥੇ ਆ ਕੇ ਪਿੱਛੋਂ ਸਾਨੂੰ ਸਪੋਰਟਡ ਰਜਿੰਦਰ ਜਿਹੜੇ ਸਾਡੇ ਰਾਜਨ DSP ਹੈਗੇ ਨੇ ਟੈਕ ਵਾਲੇ, ਇਹਨਾਂ ਟੈਕ ਸਪੋਰਟ ਸਾਨੂੰ ਮਿਲ ਰਹੀ ਸੀ ਪਿੱਛੋਂ, ਤੇ ਅਸੀਂ ਇੱਥੇ ਆ ਕੇ ਕਾਰਡਨ ਕੀਤਾ। ਅਸੀਂ ਮੈਨੇਜਰ ਤੋਂ ਇਸ ਫੋਟੋ ਰਾਹੀਂ ਇਸ ਦੀ ਪੁਸ਼ਟੀ ਕਰਾਈ। ਉਸਨੇ ਦੱਸਿਆ ਕਿ ਹਾਂ ਇਸ ਫੋਟੋ ਦਾ ਇਸ ਹੁਲੀਏ ਦਾ ਬੰਦਾ ਇਸ ਹੋਟਲ ਵਿੱਚ 105 ਨੰਬਰ ਕਮਰੇ ਵਿੱਚ ਰਹਿ ਰਿਹਾ। ਤਾਂ ਉਸ ਦੇ ਉੱਤੇ ਐਕਟ ਕਰਦੇ ਹੋਏ ਅਸੀਂ 105 ਨੰਬਰ ਕਮਰੇ ਨੂੰ ਕਾਰਡਨ ਕੀਤਾ, ਹੋਟਲ ਨੂੰ ਆਈਸੋਲੇਟ ਕੀਤਾ। ਜਿਹੜੇ ਨਾਲ ਦੇ ਜਿਹੜੇ ਸੀਗੇ, ਜਿਹੜੇ ਕੋਈ ਹੋਰ ਹੋਟਲ ਦੇ ਵਿੱਚ ਰਹਿ ਠਹਿਰੇ ਸੀ, ਅਸੀਂ ਉਹਨਾਂ ਨੂੰ ਹਿਫਾਜ਼ਤ ਨਾਲ ਉਹਨਾਂ ਨੂੰ ਇੱਥੋਂ ਸੇਫਟੀ ਨਾਲ ਉਹਨਾਂ ਨੂੰ ਬਾਹਰ ਕੰਡਕਟ ਕੀਤਾ। ਅਤੇ ਇਸ ਨੂੰ ਅਸੀਂ ਕਿੰਨੇ ਟਾਈਮ ਤੋਂ ਰੁਕਿਆ ਹੋਇਆ ਸੀ? ਇਹ ਅੱਜ ਹੀ ਰੁਕਿਆ? ਹਲੇ ਤਾਂ ਜੋ ਪਤਾ ਲੱਗਿਆ ਅੱਜ ਹੀ ਆਇਆ ਸੀਗਾ, ਇਹ ਅੱਜ ਹੀ ਆਇਆ ਸੀ। ਬਾਕੀ ਡਿਟੇਲਸ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਣਗੀਆਂ। ਤਾਂ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਇਸ ਨੂੰ ਆਪਣੇ ਆਪ ਨੂੰ ਸਰੈਂਡਰ ਕਰਨ ਦੀ ਪੇਸ਼ਕਸ਼ ਕੀਤੀ, ਇਸ ਨੇ ਅਨਪ੍ਰੋਵੋਕਡ ਫਾਇਰਿੰਗ ਕੀਤੀ ਹੈਗੀ ਆ। ਅਸੀਂ ਦਰਵਾਜ਼ਾ ਤੋੜ ਕੇ ਅੰਦਰ ਵੜੇ ਹਾਂ ਤੇ ਬਰੀਫ ਇੱਕ ਪੁਲਿਸ ਅਕ੍ਰੋਸ ਫਾਇਰਿੰਗ ਵਿੱਚ ਇਸਨੇ ਸਾਡੇ ਤੇ ਫਾਇਰ ਕੀਤੇ ਨੇ। ਉਹਦੇ ਵਿੱਚ ਤੁਹਾਡੇ ਵੀ ਕਹਿੰਦੇ ਕਿ ਬੁਲਟ ਪ੍ਰੂਫ ਜੈਕਟ ਸੀ ਤੇ ਵੀ ਆਰ ਵੈਲ ਇਕਵਿਪਡ। ਅਸੀਂ ਜਦੋਂ ਵੀ ਕਿਸੇ ਐਸੀ ਸਿਚੁਏਸ਼ਨ ਵਿੱਚ ਜਾਂਦੇ ਹਾਂ, ਸੋ ਵੀ ਆਰ ਟ੍ਰੇਨਡ ਫॉर दैट ਕਿ ਅਸੀਂ ਆਪਦਾ ਸਾਰਾ ਸੇਫਟੀ ਗੀਅਰਸ ਸਾਡੇ ਕੋਲ ਵੀ ਪਾਇਆ ਹੁੰਦਾ।
ਸੋ ਵਨ ਬੁਲਟ ਹਿੱਟ ਮੀ, ਬਟ ਉਹ ਬੁਲਟ ਪ੍ਰੂਫ ਦੇ ਜੈਕਟ ਸੀ, ਉਹਨੇ ਉਸ ਦਾ ਜਿਹੜਾ ਪ੍ਰਹਾਰ ਸੀ ਉਹਨੇ ਸਹਾਰ ਲਿੱਤਾ ਤੇ ਉਸ ਦੇ ਵਿੱਚ 3 ਗੋਲੀਆਂ, ਜਦੋਂ ਹੁਣ ਪਤਾ ਲੱਗਿਆ ਕਿ ਉਸ ਵੱਲੋਂ 3 ਗੋਲੀਆਂ ਦੇ ਖੋਲ ਲੱਭੇ ਨੇ। ਬਾਕੀ ਹਰੇ ਫੋਰੈਂਸਿਕ ਟੀਮ ਐਸਪੀ ਸਾਹਿਬ ਨੇ ਅੰਗੇਜ ਕੀਤੀ ਵੀ ਹੈਗੀ ਹੈ। ਤਾਂ ਇਹ ਜੀ ਸੰਦੀਪ ਗੋਇਲ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਸੀ ਕਿ ਕਿਵੇਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਅਮਨ ਭਾਰਦਵਾਜ ਦਾ ਰੁਖ ਕਰ ਲੈਂਦੇ ਆ, ਸਾਡੇ ਸਹਿਯੋਗੀ ਅਮਨ ਭਾਰਦਵਾਜ ਜੋ ਮੌਕੇ ਤੇ ਪਹੁੰਚੇ ਸੀ ਜਿਸ ਵੇਲੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ। ਅਮਨ, ਦੁਬਾਰਾ ਤੁਹਾਡੇ ਤੋਂ ਇੱਕ ਵਾਰੀ ਉਹ ਸਾਰੀ ਸਥਿਤੀ ਸਮਝਣੀ ਚਾਹਾਂਗੇ ਕਿਉਂਕਿ ਤੁਸੀਂ ਉੱਥੇ ਮੌਜੂਦ ਹੋ, ਤੁਸੀਂ ਉੱਥੇ ਦੇਖਿਆ ਸਭ ਕੁਝ ਕਿਸ ਤਰੀਕੇ ਨਾਲ AGTF ਦੀ ਟੀਮ ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਸੋ ਹੁਣ ਇਸ ਵੇਲੇ ਕੀ ਸਥਿਤੀ ਹੈ? ਵਿਜੇ ਦੇਖੋ, ਇਸ ਵੇਲੇ ਜਿਹੜੇ ਪੁਲਿਸ ਅਧਿਕਾਰੀ ਨੇ ਜਿਨ੍ਹਾਂ 'ਚ AIG ਸੰਦੀਪ ਗੋਇਲ, ਵਿਕਰਮ ਬਰਾੜ ਔਰ ਉਹ ਇੱਥੋਂ ਜਾ ਚੁੱਕੇ ਨੇ, ਜਿਹੜੇ ਸੀਨੀਅਰ ਆਫੀਸ਼ੀਅਲਸ ਨੇ। ਹਾਲਾਂਕਿ ਜਿਹੜੇ ਇੱਥੇ ਪੁਲਿਸ ਸਟੇਸ਼ਨ ਕਿਉਂਕਿ ਢਕੋਲੀ ਪੈਂਦਾ ਹੈ ਜ਼ੀਰਕਪੁਰ ਦਾ, ਉੱਥੇ ਦੇ ਜਿਹੜੇ SHO ਨੇ, ਜਿਹੜੇ ਪੁਲਿਸ ਕਰਮੀ ਨੇ, ਉਹ ਇੱਥੇ ਤੈਨਾਤ ਜ਼ਰੂਰ ਨੇ। ਔਰ ਇਸ ਵੇਲੇ ਅੰਦਰ ਸਾਹਮਣੇ ਤਸਵੀਰਾਂ ਕਮਰੇ ਦੀਆਂ ਵੀ ਵਿਖਾ ਦਿੰਦਾ ਹੈ, ਉਹ ਕਾਰਨਰ ਵਾਲਾ 105 ਨੰਬਰ ਕਮਰਾ ਹੈ ਜਿੱਥੇ ਫੋਰੈਂਸਿਕ ਟੀਮ ਜਿਹੜੀ ਹੈ ਉਹ ਅੰਦਰ ਪੂਰੇ ਛਾਣਬੀਣ ਕਰ ਰਹੀ ਹੈ ਉਸ ਕਮਰੇ ਦੀ। ਔਰ ਫੋਰੈਂਸਿਕ ਟੀਮ ਵੱਲੋਂ ਹਰ ਐਂਗਲ ਨੂੰ ਘੋਖ ਕਰਕੇ ਜਿਹੜਾ ਹੈ ਉਹ ਸੈਂਪਲ ਲਿੱਤੇ ਜਾਣਗੇ ਔਰ ਅੰਦਰ ਟੀਮ ਹਲੇ ਫੋਰੈਂਸਿਕ ਮੌਜੂਦ ਹੈ। ਔਰ ਇਸ ਤੋਂ ਇਲਾਵਾ ਜਿਹੜੇ ਪੂਰੇ ਵਾਕਿਏ ਦੀ ਜੇ ਅਸੀਂ ਗੱਲ ਕਰੀਏ ਤਾਂ ਤਕਰੀਬਨ 3 ਤੋਂ 3.5 ਘੰਟੇ ਪਹਿਲਾਂ ਇੱਥੇ ਪੁਲਿਸ ਇੱਕ ਹਿਊਮਨ ਇਨਪੁਟ ਦੇ ਜੋ ਸੰਦੀਪ ਗੋਇਲ ਉਹਨਾਂ ਨੇ ਦੱਸਿਆ ਕਿ ਇੰਟੈਲੀਜੈਂਸ ਬੇਸ ਉਹਨਾਂ ਨੂੰ ਹਿਊਮਨ ਇਨਪੁਟ ਸੀ ਕਿ ਇੱਥੇ ਯੁਵਰਾਜ ਔਰ ਜੋਰਾ ਜੋ ਹੈ ਉਹ ਮੌਜੂਦ ਹੈ। ਔਰ ਸਭ ਤੋਂ ਪਹਿਲਾਂ ਇसी ਰਿਸੈਪਸ਼ਨ ਤੇ ਇਹ ਹੋਟਲ ਹੈ, ਹੋਟਲ ਹੈਲਥ, ਔਰ ਇसी ਰਿਸੈਪਸ਼ਨ ਤੇ ਜਿਹੜੇ ਟੀਮ ਹੈ ਉਹ ਪਹੁੰਚਦੀ ਹੈ, ਫੋਟੋ ਦਿਖਾਉਂਦੀ ਹੈ ਕਿ ਕਿਆ ਜੋਰਾ ਜਿਸ ਦੀ ਫੋਟੋ ਸੀ ਕਿਆ ਇੱਥੇ ਮੌਜੂਦ ਹੈ ਔਰ ਉਸ ਸੰਬੰਧਿਤ ਆਈਡੀਜ਼ ਨੂੰ ਰਿਸੈਪਸ਼ਨ ਸ਼ੋ ਕਰਦੀ ਹੈ ਕਿ ਰਮਜ਼ਾਨ ਮਲਿਕ ਦੇ ਨਾਮ ਤੇ ਜਿਹੜਾ ਹੈ ਕਮਰਾ ਬੁੱਕ ਹੈ 105 ਨੰਬਰ ਔਰ ਇਹ ਸ਼ਖਸ ਇਸ ਨਾਂ ਦੀ ਆਈਡੀ ਤੋਂ ਇੱਥੇ ਰੁਕਿਆ ਹੋਇਆ ਹੈ। ਔਰ ਜਿਸ ਤੋਂ ਬਾਅਦ ਤੁਹਾਨੂੰ ਨਜ਼ਰ ਆਏਗਾ ਅੰਦਰ CCTVs ਵੀ ਮੌਜੂਦ ਹੈ, ਤਾਂ ਉਹਨਾਂ ਨੂੰ ਹਾਲਾਂਕਿ ਨਹੀਂ ਪਰ ਕਮਰੇ ਦੇ ਅੰਦਰ ਕੋਲ ਪਹੁੰਚਦੀ ਹੈ ਔਰ ਬਾਕੀ ਕਮਰੇ ਦੇ ਅੰਦਰ ਕੌਣ-ਕੌਣ ਮੌਜੂਦ ਹੈ, ਕਿਆ ਕੋਈ ਹੋਰ ਸ਼ਖਸ ਨਾਲ ਸੀ, ਇਹ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਕਰਨ ਤੋਂ ਬਾਅਦ ਕਮਰੇ ਦੇ ਉੱਤੇ ਇਹ ਸਭ ਤੋਂ ਪਹਿਲਾਂ ਆਫਰ ਕੀਤਾ ਜਾਂਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਕਿ ਸਰੈਂਡਰ ਕੀਤਾ ਜਾਏ ਜੋਰੇ ਨੂੰ। ਲੇਕਿਨ ਅੱਗੇ ਤੋਂ ਜਿਹੜਾ ਜਵਾਬ ਮਿਲਦਾ ਹੈ ਉਹ ਫਾਇਰ ਮਿਲਦੇ ਆ, 2 ਫਾਇਰ ਜਿਹੜੇ ਨੇ ਉਹ ਇਨੀਸ਼ੀਅਲੀ ਕੀਤੇ ਗਏ ਜਿਸ ਤੋਂ ਬਾਅਦ ਦਰਵਾਜ਼ਾ ਤੋੜ ਕੇ AIG ਸੰਦੀਪ ਗੋਇਲ ਅੰਦਰ ਦਾਖਲ ਹੁੰਦੇ ਨੇ। ਵਿਕਰਮ ਬਰਾੜ ਜਿਹੜੇ ਨੇ DSPO ਨਾਲ ਮੌਜੂਦ ਸੀਗੇ ਔਰ ਫਾਇਰ ਦੇ ਅੰਦਰ ਇੱਕ ਫਾਇਰ ਜਿਹੜਾ ਹੈ ਉਹ AIG ਸੰਦੀਪ ਗੋਇਲ ਦੇ ਵੀ ਲੱਗਦਾ ਹੈ, ਲੇਕਿਨ ਬੁਲਟ ਪ੍ਰੂਫ ਕਾਰਨ ਉਹ ਬਚਾਅ ਜ਼ਰੂਰ ਹੁੰਦਾ ਹੈ ਉਸ ਫਾਇਰ ਤੋਂ। ਔਰ ਉਸ ਤੋਂ ਬਾਅਦ ਕਸ਼ਮਕਸ਼ ਜਿਹੜੀ ਹੈ ਉਹ ਚੱਲਦੀ ਹੈ, ਅਰੈਸਟ ਕੀਤਾ ਜਾਂਦਾ ਹੈ ਔਰ ਕਾਬੂ ਕਰਨ ਤੋਂ ਬਾਅਦ ਅਰੈਸਟ ਕਰਕੇ ਇसी ਪੌੜੀਆਂ ਰਾਹੀਂ ਜਿਹੜਾ ਹੈ ਉਸ ਯੁਵਰਾਜ ਜੋਰੇ ਨੂੰ ਇੱਥੋਂ ਲੈ ਕੇ ਜਾਇਆ ਜਾਂਦਾ ਹੈ। ਔਰ ਤੁਸੀਂ ਦੇਖੋ ਕਿ ਇੰਜਰਡ ਸੀਗਾ ਕਿਉਂਕਿ ਲੋਅਰ ਬੋਡੀ ਪਾਰਟਸ ਤੇ ਇੰਜਰੀ ਹੋਈ ਔਰ ਖੂਨ ਦੇ ਨਿਸ਼ਾਨ ਤੁਹਾਨੂੰ ਨਜ਼ਰ ਆਉਣਗੇ। ਔਰ ਜਦੋਂ ਅਸੀਂ ਵਿਜ਼ੂਅਲਸ ਵੀ ਦਿਖਾਏ ਉਸ ਐਂਬੂਲੈਂਸ ਦੇ ਤਾਂ ਉਸ ਵੇਲੇ ਵੀ ਇੱਕ ਆਫੀਸ਼ੀਅਲ ਕਨਫਰਮੇਸ਼ਨ ਜ਼ਰੂਰ ਪੈਂਡਿੰਗ ਸੀਗੀ ਕਿਉਂਕਿ ਹਲਚਲ ਬੋਡੀ 'ਚ ਸੀਗੀ। ਔਰ ਉਸ ਤੋਂ ਬਾਅਦ ਇੱਥੋਂ ਲੈ ਜਾ ਕੇ ਸਿੱਧਾ ਸੈਕਟਰ 32 ਦੇ ਚੰਡੀਗੜ੍ਹ ਹਸਪਤਾਲ ਦੇ ਅੰਦਰ ਐਡਮਿਟ ਕਰਵਾਇਆ ਗਿਆ ਔਰ ਪੁਲਿਸ ਵੱਲੋਂ ਬਾਕੀ ਉਸ ਤੋਂ ਬਾਅਦ ਵੀ ਦੇਖਿਆ ਗਿਆ ਕਿ ਕੋਈ ਹੋਰ ਸ਼ਖਸ ਜਾਂ ਹੋਰ ਕੋਈ ਇਨਵੋਲਵਮੈਂਟ ਨਾਲ ਅਜਿਹੀ ਨਾ ਹੋਵੇ ਕਿਉਂਕਿ ਇਸ ਤਰੀਕੇ ਤੇ ਸੈਂਸਿਟਿਵ ਮਾਹੌਲ ਜ਼ਰੂਰ ਹੁੰਦਾ ਹੈ ਅਜਿਹੇ ਆਪਰੇਸ਼ਨਸ ਤੇ। ਔਰ DIG ਗੁਰਪ੍ਰੀਤ ਭੁੱਲਰ ਦਾ ਇੰਤਜ਼ਾਰ ਕੀਤਾ ਗਿਆ ਉਸ ਤੋਂ ਬਾਅਦ ਕਿ ਉਹ ਆਣਗੇ ਔਰ ਸਾਰਾ ਸੀਨ ਜਿਹੜਾ ਉਹਨਾਂ ਨੂੰ ਦੱਸ ਕੇ ਕਿ ਇਸ ਤਰੀਕੇ ਦੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਔਰ ਇੱਕ ਪਾਸੇ ਉਹਨਾਂ ਨੇ ਜਿੱਥੇ ਮੀਡੀਆ ਨਾਲ ਗੱਲਬਾਤ ਕੀਤੀ, ਕਨਫਰਮੇਸ਼ਨ ਕੀਤੀ ਔਰ ਉੱਥੇ ਜੋ ਰਿਕਵਰੀ ਸੀਗੀਆਂ ਕਿਉਂਕਿ 2.32 ਬੋਰ ਦੇ ਜਿਹੜੇ ਪਿਸਟਲ, ਉਸ ਤੋਂ ਇਲਾਵਾ 2 ਜਿੰਦਾ ਕਾਰਤੂਸ ਉਹ ਰਿਕਵਰ ਹੋਏ ਔਰ 3 ਖੋਲ ਅੰਦਰ ਕਮਰੇ ਤੋਂ ਖਾਲੀ ਮਿਲੇ ਨੇ। ਉਸ ਤੋਂ ਇਲਾਵਾ ਜੋ ਫੋਨ ਹੈ, ਜਿੰਨੇ ਗੈਜਟਸ ਹੁੰਦੇ ਨੇ ਉਹਨਾਂ ਨੂੰ ਸੀਜ਼ ਕੀਤਾ ਗਿਆ। ਤਾਂ ਇਹ ਅੱਜ ਦਾ ਇੱਥੇ ਦਾ ਸਿਨੈਰੀਓ ਸੀਗਾ ਔਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਮਨ ਇੱਕ ਚੀਜ਼ ਹੋਰ ਜਾਣਨੀ ਚਾਹਾਂਗੇ, ਹੁਣ ਨਜ਼ਰ ਆ ਰਿਹਾ ਵੀ ਹੋਟਲ ਇੱਕ ਤਰੀਕੇ ਨਾਲ ਸੀਲਡ ਹੈ ਕਿ ਫੋਰੈਂਸਿਕ ਟੀਮਾਂ ਪਹੁੰਚੀਆਂ ਨੇ ਕਿ ਜਿਹੜਾ ਘਟਨਾ ਸਥਲ ਹੈ ਜਾਂ ਉਹ ਰੂਮ ਹੈ 105 ਨੰਬਰ ਉੱਥੋਂ ਜਿਹੜੇ ਐਵੀਡੈਂਸ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਜਾਂ ਟੀਮਾਂ ਹਲੇ ਅੰਦਰ ਹੀ ਨੇ ਕਿ ਲੈ ਕੇ ਚਲੀਆਂ ਗਈਆਂ ਨੇ? ਵਿਜੇ, ਪੁਲਿਸ ਦੀ ਟੀਮਾਂ ਇੱਥੋਂ ਜਾ ਚੁੱਕੀਆਂ ਨੇ ਜੋ AIG ਸੰਦੀਪ ਗੋਇਲ ਅਤੇ ਵਿਕਰਮ ਬਰਾੜ ਔਰ ਟੀਮ ਸੀਗੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ, ਲੇਕਿਨ ਫੋਰੈਂਸਿਕ ਟੀਮ ਹਲੇ ਵੀ ਅੰਦਰ ਮੌਜੂਦ ਹੈ। ਔਰ ਇਹ ਕਮਰਾ ਹੈ ਉਹ ਜੇਕਰ ਤੁਹਾਨੂੰ ਇੱਕ ਕਲੋਜ਼ਅਪ ਵਿਜ਼ੂਅਲਸ ਵੀ ਦਿਖਾ ਸਕੀਏ ਕਿਉਂਕਿ ਇੱਥੇ ਉਹ ਸੈਂਪਲਸ ਔਰ ਐਵੀਡੈਂਸ ਜਿਹੜੇ ਨੇ ਉਹਨਾਂ ਨੂੰ ਇਕੱਠਾ ਕੀਤਾ ਜਾ ਰਿਹਾ। ਤੁਹਾਨੂੰ ਕਮਰੇ ਦੇ ਅੰਦਰ ਹਲਚਲ ਵੀ ਹੁੰਦੀ ਹੋਈ ਨਜ਼ਰ ਆਏਗੀ। ਕਮਰੇ ਦੀ ਉਸਦੀ ਲਾਈਟ ਔਨ ਹੈ
ਔਰ ਉੱਥੇ ਤੁਹਾਨੂੰ ਨਜ਼ਰ ਆਏਗਾ ਇਹ ਫੋਰੈਂਸਿਕ ਟੀਮ ਹੈ ਜੋ ਇसी 105 ਨੰਬਰ ਕਮਰੇ ਦੇ ਅੰਦਰ ਮੌਜੂਦ ਹੈ ਔਰ ਟੀਮ ਵੱਲੋਂ ਐਵੀਡੈਂਸ ਇਕੱਠੇ ਕੀਤੇ ਜਾ ਰਹੇ ਨੇ ਔਰ ਇਸ ਤੋਂ ਬਾਅਦ ਇਹਨਾਂ ਨੂੰ ਇੱਥੋਂ ਲਿਜਾ ਕੇ ਜਿਹੜਾ ਹੈ ਉਹ ਫਰਦਰ ਇਨਵੈਸਟੀਗੇਸ਼ਨ ਲਈ ਸਬਮਿਟ ਕੀਤਾ ਜਾਏਗਾ ਔਰ ਇਹ ਆਪਰੇਸ਼ਨ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਇਹ ਵੀ ਡੀਆਈਜੀ ਗੁਰਪ੍ਰੀਤ ਭੁੱਲਰ ਉਹਨਾਂ ਨੇ ਦੱਸਿਆ ਕਿ ਜਾਨ ਬਚਾਉਣਾ ਉਹਨਾਂ ਦੀ ਪ੍ਰਾਇੋਰਟੀ ਸੀਗਾ ਇਸ ਗੈਂਗਸਟਰ ਦੀ ਤਾਂ ਕਿ ਇਨਵੈਸਟੀਗੇਸ਼ਨ ਵੀ ਅੱਗੇ ਕਰਨੀ ਹੈ ਲੇਕਿਨ ਜਿਹੜੀ ਫੋਰੈਂਸਿਕ ਟੀਮ ਹੈ ਉਹ ਅੰਦਰ ਮੌਜੂਦ ਹੈ ਔਰ ਐਸਪੀ ਅਮਨਦੀਪ ਉਹਨਾਂ ਜ਼ਰੀਏ ਇਹਨਾਂ ਨੂੰ ਅੰਗੇਜ ਕੀਤਾ ਗਿਆ ਇੱਥੇ ਸੱਦਿਆ ਗਿਆ ਔਰ ਜਿਸ ਤਰੀਕੇ ਦੀ ਇਹ ਲੋਕੇਸ਼ਨ ਹੈ ਤਾਂ ਬਾਕੀ ਸਾਰੇ ਐਂਗਲਸ ਤੇ ਵੀ ਜਿਹੜੀ ਜਾਂਚ ਹੈ ਜੋ ਇਨਵੈਸਟੀਗੇਸ਼ਨ ਹੈ ਉਹ ਵਿਜੇ ਕੀਤੀ ਜਾ ਰਹੀ ਹੈ। ਠੀਕ ਹੈ, ਧੰਨਵਾਦ ਅਮਨ ਇਸ ਜਾਣਕਾਰੀ ਦੇ ਲਈ। ਤਾਂ ਲਾਈਵ ਸਪੌਟ ਤੋਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿਸ ਤਰੀਕੇ ਨਾਲ ਇਸ ਪੂਰੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ, ਕਿਵੇਂ ਪੁਲਿਸ ਉਸ ਗੈਂਗਸਟਰ ਨੂੰ ਕਾਬੂ ਕਰਨ ਦੇ ਵਿੱਚ, ਏਜੀਟੀਐਫ ਉਸ ਗੈਂਗਸਟਰ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਈ। ਉਹ ਗੈਂਗਸਟਰ ਜਿਹੜਾ ਪਿਛਲੇ 6 ਦਿਨ ਤੋਂ ਫਰਾਰ ਚੱਲ ਰਿਹਾ ਸੀ, 8 ਜਨਵਰੀ ਨੂੰ ਜਦੋਂ ਇਹ ਪੂਰਾ ਵਾਕਿਆ ਹੁੰਦਾ ਹੈ, ਜਦੋਂ ਇਹ ਪੂਰਾ ਘਟਨਾਕ੍ਰਮ ਹੁੰਦਾ ਹੈ ਤਾਂ ਉਸ ਤੋਂ ਬਾਅਦ 3 ਨੂੰ ਤੇ ਮੌਕੇ ਤੇ ਹੀ ਫੜ ਲਿਆ ਗਿਆ ਸੀ ਕਿਉਂਕਿ ਉਸ ਵੇਲੇ ਵੀ ਕ੍ਰਾਸ ਫਾਇਰਿੰਗ ਹੋਈ ਸੀ ਔਰ ਉਸ ਦੇ ਵਿੱਚ ਵੀ ਜਿਹੜੇ 3 ਜ਼ਖਮੀ ਹੋਏ ਸੀ ਗੈਂਗਸਟਰ ਉਹਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਪਰ ਚੌਥਾ ਯੁਵਰਾਜ ਸਿੰਘ ਉਰਫ ਜੋਰਾ ਉੱਥੋਂ ਭੱਜ ਗਿਆ ਸੀ ਔਰ ਲਗਾਤਾਰ ਪੁਲਿਸ ਇਸ ਨੂੰ ਲੱਭ ਰਹੀ ਸੀ। ਜੋ ਏਆਈਜੀ ਸੰਦੀਪ ਗੋਇਲ ਹੋਰਾਂ ਨੇ ਦੱਸਿਆ ਕਿ ਅੱਜ ਹੀ ਉਹਨਾਂ ਨੂੰ ਇਹ ਇਨਪੁਟ ਮਿਲੀ ਸੀ ਕਿ ਜੋਰਾ ਜ਼ੀਰਕਪੁਰ ਦੇ ਵਿੱਚ ਆਇਆ ਔਰ ਉੱਥੇ ਇੱਕ ਹੋਟਲ ਦੇ ਵਿੱਚ ਫੇਕ ਆਈਡੀ ਦੇ ਨਾਲ ਠਹਿਰਿਆ ਹੈ। ਸੋ ਉਸ ਤੋਂ ਬਾਅਦ ਏਜੀਟੀਐਫ ਦੀ ਟੀਮ ਉੱਥੇ ਪਹੁੰਚੀ, ਪੂਰੀ ਆਇਡੈਂਟੀਟੀ ਉਸ ਦੀ ਚੈੱਕ ਕਰਨ ਤੋਂ ਬਾਅਦ ਹੋਟਲ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਕਮਰੇ ਦੇ ਅੰਦਰ ਦਬਿਸ਼ ਦਿੱਤੀ। ਏਜੀਟੀਐਫ ਦੀ ਟੀਮ ਨੇ ਕਮਰੇ ਦੇ ਅੰਦਰ ਦਬਿਸ਼ ਦਿੱਤੀ, ਕ੍ਰਾਸ ਫਾਇਰਿੰਗ ਵੀ ਹੋਈ ਤੇ ਕ੍ਰਾਸ ਫਾਇਰਿੰਗ ਤੋਂ ਬਾਅਦ ਜੋਰਾ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸੋ ਜੋਰਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਏਜੀਟੀਐਫ ਨੇ। ਸੈਕਟਰ 32 ਦੀਆਂ ਵੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਉਸ ਨੂੰ ਲਿਜਾਇਆ ਗਿਆ। ਪਹਿਲਾਂ ਜ਼ੀਰਕਪੁਰ ਹਸਪਤਾਲ ਦੇ ਵਿੱਚ ਉਸ ਨੂੰ ਲਿਜਾਇਆ ਗਿਆ ਸੀ ਪਰ ਕਿਉਂਕਿ ਉਸ ਦੇ ਗੋਲੀਆਂ ਲੱਗੀਆਂ ਨੇ। ਥੋੜੀ ਦੇਰ ਪਹਿਲਾਂ ਸਾਡੇ ਸਹਿਯੋਗੀ ਪੰਕਜ ਕਬਾਹੀ ਜਿਵੇਂ ਦੱਸ ਰਹੇ ਸੀ ਕਿ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਔਰ ਉਸ ਤੋਂ ਬਾਅਦ ਮੋਢੇ ਤੇ ਵੀ ਇੱਕ ਫਾਇਰ ਇੰਜਰੀ ਉਸ ਤੇ ਹੋਈ ਹੈ। ਸੋ ਹੁਣ ਉਸ ਨੂੰ ਚੰਡੀਗੜ੍ਹ ਦਾ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਸੈਕਟਰ 32 ਜਨਰਲ ਹਸਪੀਟਲ, ਉੱਥੇ ਜੋਰੇ ਨੂੰ ਲਿਜਾਇਆ ਗਿਆ ਔਰ ਉੱਥੇ ਹੁਣ ਉਸ ਦਾ ਇਲਾਜ ਹੋਏਗਾ ਔਰ ਉਸ ਤੋਂ ਬਾਅਦ ਫਿਰ ਪੁਲਿਸ ਅੱਗੇ ਦੀਆਂ ਕੜੀਆਂ ਜੋੜੇਗੀ, ਉਸ ਤੋਂ ਹੋਰ ਪੁੱਛਗਿੱਛ ਕਰੇਗੀ ਕਿ ਕਿਉਂ ਉਹਨਾਂ ਨੇ ਗੱਡੀ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਕੀ ਉਹਨਾਂ ਦਾ ਟਾਰਗੇਟ ਸੀ, ਅੱਗੇ ਉਹ ਉਸ ਗੱਡੀ ਦੇ ਜ਼ਰੀਏ ਕਿਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਕਿਉਂਕਿ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਜੋਰਾ ਹੈ। ਹਾਲਾਂਕਿ 3 ਗੈਂਗਸਟਰ ਪੁਲਿਸ ਪਹਿਲਾਂ ਫੜ ਚੁੱਕੀ ਹੈ ਪਰ ਚੌਥਾ ਕਿਉਂਕਿ ਮਾਸਟਰਮਾਈਂਡ ਇਹ ਸੀ। ਸੋ ਇਸ ਕਰਕੇ ਏਜੀਟੀਐਫ ਦੀ ਟੀਮ ਨੂੰ ਪੁਲਿਸ ਨੂੰ ਇਸ ਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ।